ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਹੈ। ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਹੈ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨ ਸੁਨ ਪ੍ਰਤਾਪ ਗੋਵਿੰਦ ਨਿਰਭਉ ਭਏ ਮਾਨ ਟੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾੜਾਲ ਵਿਖੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਕੇ ਸ਼ਬਦ ਕੀਰਤਨ ਆਸਾ ਕੀ ਵਾਰਤਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ।
ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਪੀਟੀਸੀ ਦੇ ਮਾਧਿਅਮ ਰਾਹੀਂ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾੜੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਪੰਡਤ ਵਿਜੇ ਰਾਮ ਜੋ ਕਾਂਚੀ ਤੋਂ ਚੱਲ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਸ਼ਰਨ ਵਿੱਚ ਆਇਆ ਔਰ ਬੇਨਤੀ ਕੀਤੀ ਮਹਾਰਾਜ ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਤੇ ਆਪ ਜੀ ਨੇ ਕਾਂਚੀ ਤੋਂ ਆਏ ਹੋਏ ਪੰਡਤਾਂ ਨੂੰ ਸੰਸਕ੍ਰਿਤੀ ਦੇ ਸਲੋਕਾਂ ਰਾਹੀਂ ਪਾਵਨ ਉਪਦੇਸ਼ ਬਖਸ਼ ਕੇ ਨਿਹਾਲ ਕੀਤਾ। ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਪਾਵਨ ਉਪਦੇਸ਼ ਬਖਸ਼ਿਸ਼ ਕਰੋ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਰਾਗ ਜੈਤਸਰੀ ਦੀ ਵਾਰ ਵਿੱਚ ਆਏ ਹੋਏ ਪੰਡਤ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਜੈਤਸਰੀ ਦੀ ਵਾਰ ਦਾ ਇਹ 17ਵਾਂ ਸ਼ਲੋਕ ਜਿਸ ਵਿੱਚ ਪੰਡਤ ਵਿਜੇ ਰਾਮ ਨੇ ਬੇਨਤੀ ਕੀਤੀ, ਮਹਾਰਾਜ ਸੰਸਾਰ ਸਮੁੰਦਰ ਤੋਂ ਕੌਣ ਪਾਰ ਹੁੰਦਾ ਹੈ ਔਰ ਸਭ ਤੋਂ ਠੰਡੀ ਸੀਤਲ ਵਸਤੂ ਕਿਹੜੀ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਇਸ ਪਾਵਨ ਸ਼ਲੋਕ ਅਤੇ ਪੌੜੀ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਨ ਦਇਆਲੰ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਜੈਤਸਰੀ ਦੀ ਵਾਰ ਜੋ ਸਤਿਗੁਰਾਂ ਦੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿਰੋਲ ਆਪਣੀ ਉਚਾਰਨ ਕੀਤੀ ਹੋਈ ਹੈ। ਇਹਦੇ ਵਿੱਚ ਸਾਰੇ ਸ਼ਲੋਕ ਅਤੇ ਸਾਰੀਆਂ ਪੌੜੀਆਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀਆਂ
ਉਚਾਰਨ ਕੀਤੀਆਂ ਹੋਈਆਂ ਨੇ। ਸ਼ਲੋਕ ਮੂਲ ਰੂਪ ਹਨ ਅਤੇ ਪੌੜੀਆਂ ਟੀਕਾ ਰੂਪ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 709 ਤੇ ਇਹ ਅੱਜ ਦਾ ਪਾਵਨ ਸ੍ਰੀ ਮੁਖਵਾਕ ਸੁਭਾਏਮਾਨ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੰਤ ਉਦਰਨ ਦਿਆਲੰ, ਦਇਆ ਦੇ ਘਰ ਵਾਹਿਗੁਰੂ ਪਰਮੇਸ਼ਰ ਨੇ ਆਪ ਸੰਤਾਂ ਦਾ ਉਧਾਰ ਕੀਤਾ ਹੈ। ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਉਹ ਸੰਤ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਸਰੀਰ ਰੂਪੀ ਘਰ ਵਿੱਚ ਨਾਮ ਰੂਪੀ ਧਨ ਹੈ, ਜਿਨ੍ਹਾਂ ਨੂੰ ਸਾਹ ਲੈਂਦਿਆਂ ਗਿਰਾਸ ਭੋਜਨ ਛਕਦਿਆਂ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ। ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਹ ਪੂਰਨ ਸਾਧੂ ਨੇ, ਉਹ ਪੂਰਨ ਸੰਤ ਨੇ। ਐਸੇ ਜਿਹੜੇ ਸ਼ਾਂਤ ਆਤਮਾ ਨੇ, ਉਹਨਾਂ ਦਾ ਉਧਾਰ ਦਇਆਲੰ, ਦਇਆ ਦਾ ਘਰ ਵਾਹਿਗੁਰੂ ਪਰਮੇਸ਼ਰ ਆਪ ਕਰਦਾ ਹੈ। ਕਿਵੇਂ ਕਰਦਾ ਹੈ? ਆਸਰੰ ਗੋਪਾਲ ਕੀਰਤਨ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਉਹਨਾਂ ਸੰਤਾਂ ਨੇ ਗੋਪਾਲ ਜੋ ਪਿਰਥਵੀ ਦਾ ਪਾਲਕ ਹੈ, ਉਸ ਵਾਹਿਗੁਰੂ ਦੇ ਕੀਰਤਨ ਦਾ ਆਸਰਾ ਲਿਆ ਹੋਇਆ ਹੈ। ਅੱਠੇ ਪੈਰ ਉਹਦੀ ਕੀਰਤੀ ਕਰਦੇ ਨੇ, ਅੱਠੇ ਪੈਰ ਉਹਦੀ ਸਿਫਤ ਸਲਾਹ ਕਰਦੇ ਨੇ, ਉਹਦਾ ਜਸ ਕਰਦੇ ਨੇ। ਔਰ ਵਾਹਿਗੁਰੂ ਦਾ ਕੀਰਤਨ, ਉਹਦੀ ਕੀਰਤੀ, ਉਹਦੀ ਸਿਫਤ ਸਲਾਹ ਕਰਨ ਵਾਲੇ ਸੰਤਾਂ ਨੂੰ ਉਹ ਪਰਮੇਸ਼ਰ ਆਪ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਸੰਤਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਦੀ ਕੀਰਤੀ ਦਾ, ਉਹਦੇ ਕੀਰਤਨ ਦਾ, ਉਹਦੀ ਸਿਫਤ ਸਲਾਹ ਦਾ ਅੱਠੇ ਪੈਰ ਆਸਰਾ ਲਿਆ, ਜਿਹੜੇ ਉਹਨਾਂ ਦੇ ਸਤਸੰਗੀ ਬਣ ਜਾਂਦੇ ਨੇ, ਸੰਗਤ ਜੀ, ਫਿਰ ਉਹ ਸੰਤ ਉਹਨਾਂ ਦਾ ਵੀ ਸੰਸਾਰ ਸਮੁੰਦਰ ਤੋਂ ਉਧਾਰ ਕਰ ਦਿੰਦੇ ਨੇ, ਪਾਰ ਉਤਾਰਾ ਕਰ ਦਿੰਦੇ ਨੇ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਬਲਿਹਾਰੀ ਤਿੰਨਾ ਗੁਰ ਸਿੱਖਾ, ਆਪ ਤਰੇ ਤਾਰੇੜ ਸ੍ਰਿਠਾ। ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਆਪ ਗੁਰੂ ਸ਼ਬਦ ਰੂਪੀ ਜਹਾਜ਼ ਤੇ ਸਵਾਰ ਹੋ ਕੇ ਪਾਰ ਹੋਏ ਤੇ ਸ੍ਰਿਸ਼ਟੀ ਨੂੰ ਵੀ ਤਾਰਦੇ ਨੇ। ਜਿਵੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਮੰਝ ਜੀ ਨੂੰ ਕਿਹਾ ਸੀ, ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਇਤਾ ਜਗ ਲੰਘਣ ਹਾਰਾ। ਸਤਿਗੁਰੂ ਜੀ ਕਹਿੰਦੇ, ਮੰਝ ਗੁਰੂ ਨੂੰ ਪਿਆਰ ਕਰਦਾ ਹੈ, ਗੁਰੂ ਮੰਝ ਨੂੰ ਪਿਆਰ ਕਰਦਾ ਹੈ, ਤੇ ਮੰਝ ਗੁਰੂ ਕਾ ਜਹਾਜ਼ ਹੈ। ਜਿਹੜਾ ਭਾਈ ਮੰਝ ਦਾ ਸੰਗੀ ਬਣੇਗਾ, ਸੰਗਤ ਕਰੇਗਾ,
ਉਹਦਾ ਪਾਰ ਉਤਾਰਾ ਹੋਵੇਗਾ। ਸਤਿਗੁਰਾਂ ਨੇ ਜ਼ਿਕਰ ਕੀਤਾ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਰਾਤ ਦਿਨ ਵਾਹਿਗੁਰੂ ਦਾ ਨਾਮ ਧਿਆਉਣਾ ਕੀਤਾ, ਉਹਨਾਂ ਨਾਲ ਜੁੜ ਕਰਕੇ ਕਿਤਨਿਆਂ ਦਾ ਪਾਰ ਉਤਾਰਾ ਹੋ ਗਿਆ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਹੋਰ ਕਿਤਨੀ ਲੋਕਾਈ ਦੇ ਜੀਵ ਉਹਨਾਂ ਦੇ ਸੰਗੀ ਬਣ ਕੇ, ਉਹਨਾਂ ਦੀ ਸੰਗਤ ਕਰਕੇ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਜਿੱਥੇ ਆਪ ਪਰਮੇਸ਼ਰ ਦੇ ਪਿਆਰੇ ਸੰਤ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਮਾਤ ਲੋਕ ਤੋਂ ਪਾਰ ਹੁੰਦੇ ਨੇ, ਪਰਮੇਸ਼ਰ ਉਹਨਾਂ ਨੂੰ ਪਾਰ ਕਰਦਾ ਹੈ। ਸੰਗਤ ਜੀ, ਫਿਰ ਉਹ ਜਹਾਜ਼ ਰੂਪ ਬਣ ਕੇ ਲੋਕਾਈ ਨੂੰ ਪਾਰ ਕਰਦੇ ਨੇ। ਜਨਮ ਮਰਨ ਦੋਹੁ ਮੈਂ ਨਾਹੀ, ਜਨ ਪਾਰਿ ਉਪਕਾਰੀ ਆਏ, ਜੀਏ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾਏ। ਜੀਆਂ ਨੂੰ ਜੀ ਦਾਨ ਦੇ ਕੇ ਭਗਤੀ ਵਿੱਚ ਜੋੜਦੇ ਨੇ, ਭਗਤੀ ਵਿੱਚ ਲਾ ਕੇ ਤੇ ਪ੍ਰਭੂ ਤੋਂ ਵਿਛੜਿਆ ਨੂੰ ਪ੍ਰਭੂ ਨਾਲ ਮਿਲਾ ਦਿੰਦੇ ਨੇ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਕਥਨ ਹੈ ਕਿ ਜੇ ਕੋਈ ਵਡਭਾਗੀ ਸੰਤਾਂ ਦੀ ਸ਼ਰਨ ਵਿੱਚ ਆ ਜਾਵੇ ਤੇ ਸੰਤ ਉਹਨੂੰ ਜਨਮਾਂ ਜਨਮਾਤਰਾਂ ਦੇ ਵਿਛੜੇ ਹੋਏ ਨੂੰ ਪ੍ਰਭੂ ਨਾਲ ਮਿਲਾ ਦਿੰਦੇ ਨੇ। ਜਨਮ ਜਨਮ ਕਾ ਵਿਛੜਿਆ ਹੋਵੇ ਤੇ ਹਰਸਿਓ ਆਣ ਮਿਲਾਵੇ। ਸਤਿਗੁਰੂ ਜੀ ਕਹਿੰਦੇ ਜਨਮਾਂ ਜਨਮਾਤਰਾਂ ਦੇ ਵਿਛੜੇ ਹੋਏ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਨੇ। ਆਪ ਵੀ ਤਰੇ ਨੇ ਤੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਆ ਜਾਂਦੇ ਨੇ, ਫਿਰ ਵਾਹਿਗੁਰੂ ਕਿਰਪਾ ਕਰਕੇ ਭਾਈ ਉਹਨਾਂ ਨੂੰ ਵੀ ਤਾਰ ਦਿੰਦਾ ਹੈ। ਨਿਰਮਲੰ ਸੰਤ ਸੰਗੇਨ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਨਾਮ ਦੇ ਰਸੀਏ, ਸ਼ਾਂਤੀ ਦੇ ਪੁੰਜ ਸੰਤ ਹਨ, ਉਹਨਾਂ ਦਾ ਸੰਗ ਜਿਹੜੇ ਕਰਦੇ ਨੇ ਭਾਈ, ਉਹ ਨਿਰਮਲੰ ਪਵਿੱਤਰ ਹੋ ਜਾਂਦੇ ਨੇ। ਸੰਤ ਦਾ ਸੰਗ ਪਵਿੱਤਰ ਹੈ, ਸੰਤ ਦਾ ਸੰਗ ਕਰਨ ਵਾਲਾ ਵੀ ਪਵਿੱਤਰ ਹੋ ਜਾਂਦਾ ਹੈ। ਚੰਦਨ ਨਿਕਟ ਸਭ ਚੰਦਨ ਹੋਈਆ, ਚੰਦਨ ਦੇ ਬੂਟੇ ਦੇ ਨੇੜੇ ਨੇੜੇ ਜਿੰਨੇ ਵੀ ਹੋਰ ਬੂਟੇ ਨੇ, ਵਾਸ ਨੂੰ ਛੱਡ ਕੇ ਸਤਿਗੁਰੂ ਜੀ ਕਹਿੰਦੇ ਉਹ ਸਾਰੇ ਹੀ ਚੰਦਨ ਦਾ ਰੂਪ ਬਣ ਗਏ ਨੇ। ਉਹਨਾਂ ਵਿੱਚੋਂ ਚੰਦਨ ਵਰਗੀ ਖੁਸ਼ਬੂ ਆਉਂਦੀ ਹੈ। ਪਰ ਇੱਕ ਬੂਟਾ ਵਾਂਸ ਦਾ ਹੈ ਜਿਹੜਾ ਆਪਣੀ ਵਡਿਆਈ ਵਿੱਚ ਡੁੱਬਾ ਹੋਇਆ ਚੰਦਨ ਦੀ ਸੁਗੰਧੀ ਨੂੰ ਪ੍ਰਾਪਤ ਨਹੀਂ ਕਰਦਾ। ਭਗਤ ਜੀ ਨੇ ਜ਼ਿਕਰ ਕੀਤਾ, ਕਬੀਰ ਬਾਂਸ ਵਡਾਈ ਬੂਢਿਆ, ਏਉ ਮਤ ਡੂਬੋ ਕੋਏ, ਚੰਦਨ ਕਾ ਨਿਗਟੈ ਵਸੈ, ਬਾਂਸ ਸੁਗੰਧ ਨਾ ਹੋਏ। ਬਾਂਸ ਦਾ ਬੂਟਾ ਜਿਹੜਾ ਉਹ ਆਪਣੀ ਵਡਿਆਈ ਵਿੱਚ ਡੁੱਬਾ ਹੋਇਆ ਹੈ ਕਿ ਚੰਦਨ 52 ਉਂਗਲਾਂ ਹੈ, ਇਹ ਛੋਟਾ ਜਿਹਾ ਪੌਦਾ ਹੈ,
ਮੈਂ ਬਹੁਤ ਉੱਚਾ ਲੰਮਾ ਹਾਂ, ਮੇਰੇ ਵਰਗਾ ਹੋਰ ਕੋਈ ਹੈ ਨਹੀਂ। ਭਗਤ ਜੀ ਕਹਿੰਦੇ ਉਹ ਆਪਣੀ ਵਡਿਆਈ ਵਿੱਚ ਡੁੱਬਾ ਹੋਣ ਕਰਕੇ ਚੰਦਨ ਦੀ ਖੁਸ਼ਬੂ, ਚੰਦਨ ਦੀ ਸੁਗੰਧੀ ਨੂੰ ਪ੍ਰਾਪਤ ਨਹੀਂ ਕਰ ਸਕਿਆ, ਖਾਲੀ ਰਹਿ ਗਿਆ ਹੈ। ਇਸ ਤਰ੍ਹਾਂ ਕਈ ਸੰਤਾਂ ਦਾ ਸੰਗ ਕਰਕੇ ਸੰਤਾਂ ਦਾ ਰੂਪ ਬਣ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ, ਪਰ ਕਈ ਵਾਸਵਾਕੂ ਸੰਤਾਂ ਦੀ ਸੰਗਤ ਵਿੱਚ ਜਾ ਕੇ ਵੀ ਖਾਲੀ ਰਹਿ ਜਾਂਦੇ ਨੇ। ਉਹ ਸੰਤਾਂ ਦੇ ਸੰਗ ਵਿੱਚ ਜਾ ਕੇ ਵੀ ਸੰਗਤ ਜੀ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਉਹ ਸਿਰਫ ਵੇਖਦੇ ਵੀ ਲੰਗਰ ਬੜਾ ਸਵਾਦ ਬਣਿਆ ਵਾ, ਛਕੋ ਛਕਾਓ, 10 ਦਿਨ ਆਨੰਦ ਲਓ। ਪਰ ਜਿਨ੍ਹਾਂ ਨੇ ਵਿਚਾਰਿਆ ਕਿ ਅਸੀਂ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋਣਾ, ਉਹਨਾਂ ਨੇ ਸੰਗਤ ਜੀ ਸੰਤਾਂ ਦੇ ਗੁਣ ਗ੍ਰਹਿਣ ਕੀਤੇ, ਸੰਗਤ ਵਿੱਚ ਰਹਿ ਕੇ ਸੇਵਾ ਕੀਤੀ, ਸਿਮਰਨ ਭਜਨ ਕੀਤਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਿਰਮਲੰ ਸੰਤ ਸੰਗੇਨ, ਜਿਹੜੇ ਸੰਤਾਂ ਦੇ ਸੰਗੀ ਨੇ ਨਾ ਜੀ, ਉਹ ਵੀ ਭਾਈ ਨਿਰਮਲ ਪਵਿੱਤਰ ਹੋ ਗਏ। ਓਟ ਨਾਨਕ ਪਰਮੇਸ਼ਵਰ ਹੈ। ਸੱਚੇ ਪਾਤਸ਼ਾਹ ਜੀ ਵਾਰ-ਵਾਰ ਜ਼ਿਕਰ ਕਰਦੇ ਨੇ ਕਿ ਸੰਤਾਂ ਨੇ ਪਰਮੇਸ਼ਰ ਦੀ ਓਟ ਟੇਕ ਗ੍ਰਹਿਣ ਕੀਤੀ ਹੋਈ ਹੈ। ਸੰਤਨ ਅਵਰ ਨਾ ਕਾਊ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ, ਜਾ ਕੋ ਪਾਕ ਸੁਆਮੀ। ਸੰਤ ਹੋਰ ਕਿਸੇ ਨੂੰ ਨਹੀਂ ਜਾਣਦੇ, ਸੰਤ ਬੇਪਰਵਾਹ ਨੇ, ਕਿਉਂਕਿ ਉਹਨਾਂ ਦਾ ਪੱਖ ਮਾਲਕ ਪਰਮੇਸ਼ਰ ਆਪ ਕਰਦਾ ਹੈ। ਵਾਹਿਗੁਰੂ ਦੇ ਪ੍ਰੇਮ ਵਿੱਚ ਭਿੱਜੇ ਹੋਏ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਸੰਤਾਂ ਨੇ ਇੱਕੋ ਪਰਮੇਸ਼ਰ ਦੀ ਓਟ ਟੇਕ ਗ੍ਰਹਿਣ ਕੀਤੀ, ਪਗੜੀ ਹੈ, ਤੇ ਜਿਹੜੇ ਉਹਨਾਂ ਦੇ ਸੰਗੀ ਨੇ ਭਾਈ ਉਹ ਵੀ ਪਵਿੱਤਰ ਹੋ ਜਾਂਦੇ ਨੇ। ਚੰਦਨ ਚੰਦ ਨਾ ਸਰਦ ਰੁੱਤ। ਪੰਡਤ ਨੇ ਬੇਨਤੀ ਕੀਤੀ, ਮਹਾਰਾਜ ਦੁਨੀਆ ਦੇ ਅੰਦਰ ਸਭ ਤੋਂ ਵੱਧ ਠੰਡੀ ਚੀਜ਼ ਕਿਹੜੀ ਹੈ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦੁਨੀਆ ਦੇ ਲੋਕ ਚੰਦਨ ਨੂੰ ਠੰਡਾ ਮੰਨਦੇ ਨੇ। ਆ ਗਰਮੀਆਂ ਦੇ ਵਿੱਚ ਪੁਰਾਤਨ ਸਮੇਂ ਜਦੋਂ ਏਸੀ ਕੂਲਰ ਪੱਖੇ ਆਦਿ ਨਹੀਂ ਸੀ ਹੁੰਦੇ ਨਾ, ਉਦੋਂ ਕਈ ਲੋਕ ਚੰਦਨ ਰਗੜ ਕੇ ਆਪਣੇ ਸਰੀਰ ਤੇ ਲਗਾਇਆ ਕਰਦੇ ਸਨ ਠੰਡ ਵਾਸਤੇ। ਸੱਚੇ ਪਾਤਸ਼ਾਹ ਜੀ ਕਹਿੰਦੇ ਕਈਆਂ ਨੇ ਚੰਦਰਮਾ ਨੂੰ ਵੀ ਠੰਡਾ ਮੰਨਿਆ ਹੈ। ਜਦੋਂ ਦਿਨ ਦਾ ਰਾਜਾ ਸੂਰਜ ਅਸਤ ਹੋ ਜਾਂਦਾ ਹੈ, ਰਾਤਰੀ ਆਉਂਦੀ ਹੈ, ਰਾਤਰੀ ਦਾ ਰਾਜਾ ਚੰਦਰਮਾ ਪ੍ਰਕਾਸ਼ਦਾ ਹੈ, ਤੇ ਉਹ ਆਪਣੀਆਂ ਠੰਡੀਆਂ ਕਿਰਨਾਂ ਛੱਡਦਾ ਹੈ। ਚੰਦਰਮਾ ਜਦੋਂ ਠੰਡੀਆਂ ਕਿਰਨਾਂ ਛੱਡਦਾ ਤੇ ਸੰਗਤ ਜੀ ਰਾਤ ਠੰਡੀ ਹੋ ਜਾਂਦੀ ਹੈ, ਭਿੱਜ ਜਾਂਦੀ ਹੈ। ਔਰ ਇਸੇ ਤਰ੍ਹਾਂ ਹੀ ਸਰਦੀ ਦੀ ਰੁੱਤ, ਸਰਦੀ ਦਾ ਮੌਸਮ, ਇਹ ਵੀ ਬਹੁਤ ਠੰਡਾ ਹੈ। ਚੰਦਨ ਵੀ ਠੰਡਾ ਹੈ, ਚੰਦਰਮਾ ਵੀ ਠੰਡਾ ਹੈ, ਔਰ ਸਰਦੀ ਦੀ ਰੁੱਤ ਵੀ ਠੰਡੀ ਹੈ। ਇਹ ਕੀ ਕਰਦੇ ਨੇ ਜੀ? ਇਹ ਸਰੀਰ ਨੂੰ ਠੰਡ ਦਿੰਦੇ ਨੇ
ਪਰ ਮਨ ਨੂੰ ਠੰਡ ਨਹੀਂ ਦਿੰਦੇ। ਚੰਦਨ ਲਾਉਣ ਨਾਲ, ਚੰਦਰਮਾ ਦੀ ਚਾਨਣੀ ਵਿੱਚ ਬੈਠਣ ਕਰਕੇ ਸਰਦੀ ਦੀ ਰੁੱਤ ਵਿੱਚ ਸਰੀਰ ਨੂੰ ਠੰਡ ਤਾਂ ਲੱਗਦੀ ਹੈ, ਪਰ ਮਨ ਨੂੰ ਠੰਡ ਨਹੀਂ ਲੱਗਦੀ। ਕਾਰਨ ਸੱਚੇ ਪਾਤਸ਼ਾਹ ਜੀ ਅੱਗੇ ਦੱਸਦੇ ਨੇ, ਮੂਲ ਨਾ ਮਿਟਾਈ ਕਾਮ। ਸੱਚੇ ਪਾਤਸ਼ਾਹ ਜੀ ਕਹਿੰਦੇ ਮੂਲ ਕਦਾ ਚਿੱਤ ਵੀ, ਕਾਮ ਅਗਿਆਨਤਾ ਦੀ ਗਰਮੀ, ਵਿਕਾਰਾਂ ਦੀ ਗਰਮੀ, ਈਰਖਾ ਤ੍ਰਿਸ਼ਨਾ ਦੀ ਗਰਮੀ ਜਿਹੜੀ ਹੈ ਨਾ, ਉਹ ਕਦੇ ਵੀ ਨਹੀਂ ਮਿਟਦੀ। ਬਾਹਰੋਂ ਤੇ ਬੰਦਾ ਠੰਡਾ ਹੈ, ਬਾਹਰੋਂ ਤਾਂ ਸੀਤਲ ਦਾਸ ਹੈ, ਪਰ ਜੇ ਕਿਤੇ ਛੇੜ ਕੇ ਵੇਖੋ ਤੇ ਅੰਦਰ ਭਾਂਬੜ ਮੱਚਦੇ ਨੇ। ਅੰਤਰ ਅਗਨ ਬਾਹਰ ਤਨ ਸੁਹਾ। ਬਾਹਰ ਪਿੰਡੇ ਦੇ ਉੱਤੇ ਸਵਾਹ ਮਲੀ ਬੈਠਾ ਹੈ ਤੇ ਅੰਦਰ ਅੱਗ ਮੱਚਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਵੇਂ ਦੁਨੀਆ ਦੇ ਲੋਕਾਂ ਨੇ ਚੰਦਨ, ਚੰਦਰਮਾ ਤੇ ਸਰਦੀ ਦੀ ਰੁੱਤ ਨੂੰ ਠੰਡਾ ਮੰਨਿਆ ਹੈ, ਪਰ ਇਹਨਾਂ ਠੰਡੀਆਂ ਚੀਜ਼ਾਂ ਕਰਕੇ ਅਗਿਆਨਤਾ ਦੀ ਗਰਮੀ, ਵਿਕਾਰਾਂ ਦੀ ਗਰਮੀ, ਈਰਖਾ ਦੀ ਗਰਮੀ ਜਿਹੜੀ ਹੈ ਨਾ ਜੀ, ਉਹ ਕਦਾ ਚਿੱਤ ਵੀ ਨਹੀਂ ਮਿਟਦੀ। ਸੀਤਲ ਥੀਵੈ ਨਾਨਕਾ। ਫਿਰ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਦੱਸੋ ਵੀ ਕਿਹੜੀ ਵਸਤੂ ਹੈ ਜਿਹੜੀ ਠੰਡੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸੀਤਲ ਥੀਵੈ ਨਾਨਕਾ। ਇਹ ਪੰਡਤ ਜੀ ਉਹ ਸੀਤਲ ਹੁੰਦੇ ਨੇ ਜਪੰਦੜੋ ਹਰ ਨਾਮ। ਜਿਹੜੇ ਹਰੀ ਦਾ ਨਾਮ ਜਪਦੇ ਨੇ, ਸਿਮਰਨ ਭਜਨ ਕਰਦੇ ਨੇ। ਨਾਮ ਸੰਗਤ ਜੀ ਇਹ ਸਭ ਤੋਂ ਠੰਡਾ ਹੈ, ਨਾਮ ਸਭ ਤੋਂ ਸੀਤਲ ਹੈ। ਇਹ ਵਿਕਾਰਾਂ ਦੀ, ਅਗਿਆਨਤਾ ਦੀ, ਈਰਖਾ ਦੀ ਗਰਮੀ ਨੂੰ ਮਿਟਾਉਂਦਾ ਹੈ। ਤੇ ਜਦੋਂ ਮਨ ਨੂੰ ਠੰਡ ਪਵੇ ਉਦੋਂ ਤਨ ਵੀ ਠੰਡਾ ਹੁੰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਠੰਡਾ ਪਰਮੇਸ਼ਰ ਦਾ ਨਾਮ ਹੈ। ਤੇ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ, ਸਿਮਰਨ ਭਜਨ ਵਿੱਚ ਜੁੜ ਜਾਂਦੇ ਨੇ ਭਾਈ, ਉਹ ਸਾਰਿਆਂ ਤੋਂ ਸੀਤਲ ਹੁੰਦੇ ਨੇ, ਉਹ ਠੰਡੇ ਹੁੰਦੇ ਨੇ। ਜਿਵੇਂ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਨਾ, ਸ਼ਸਤਰ ਤੀਕੜ ਕਾਟ ਡਾਰਿਓ, ਮਨ ਨ ਕੀਨੋ ਰੋਸ, ਕਾਜ ਉਆ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ। ਜਿਨ੍ਹਾਂ ਦੇ ਅੰਦਰ ਨਾਮ ਕਰਕੇ ਠੰਡ ਹੈ, ਸੀਤਲਤਾਈ ਹੈ, ਕੋਈ ਤਿੱਕੇ ਤਿੱਕੇ ਸ਼ਸਤਰ ਲੈ ਕੇ ਉਹਨਾਂ ਨੂੰ ਕੱਟ ਦੇਵੇ, ਪਰ ਕਦੇ ਵੀ ਉਹਦੇ ਤੇ ਰੋਸ ਨਹੀਂ ਕਰਦੇ, ਉਹਨੂੰ ਦੋਸ਼ ਨਹੀਂ ਦਿੰਦੇ ਕਿ ਇਹਨੇ ਮੈਨੂੰ ਵੱਢਿਆ, ਕੁੱਟਿਆ, ਮਾਰਿਆ। ਸਤਿਗੁਰੂ ਜੀ ਕਹਿੰਦੇ ਉਹ ਭਾਈ ਇੰਨੇ ਸੀਤਲ ਨੇ। ਸੱਚੇ ਪਾਤਸ਼ਾਹ ਜੀ ਦੇ ਅਨੰਨ ਪਿਆਰੇ ਭਗਤ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਸੰਤ ਮਿਲੈ ਕਿ ਸੁਣੀਐ ਕਹੀਐ, ਸ਼ਾਂਤ ਆਤਮਾ ਪਰਮੇਸ਼ਰ ਦੇ ਪਿਆਰੇ ਮਿਲ ਜਾਣ, ਉਹਨਾਂ ਦੇ ਬਚਨ ਸਰਵਣ ਕਰੀਏ, ਕੁਛ ਉਹਨਾਂ ਨੂੰ ਆਪਣੇ ਵੱਲੋਂ ਵੀ ਬੇਨਤੀਆਂ ਕਰੀਏ, ਮਹਾਰਾਜ ਸਾਡਾ ਕਿਵੇਂ ਪਾਰ ਉਤਾਰਾ ਹੋ ਸਕਦਾ ਹੈ। ਪਰ ਨਾਲ ਹੀ ਭਗਤ ਜੀ ਨੇ ਜ਼ਿਕਰ ਕੀਤਾ, ਮਿਲੇ ਅਸੰਤ ਮਸ਼ਟ ਕਰ ਰਹੀਏ। ਜੇ ਅਸੰਤ ਮਿਲ ਜਾਵੇ, ਅਸ਼ਾਂਤ ਆਤਮਾ, ਕ੍ਰੋਧੀ,
ਤੇ ਫਿਰ ਭਗਤ ਜੀ ਕਹਿੰਦੇ ਉੱਤੇ ਚੁੱਪ ਕੀਤੇ ਰਹੀਏ, ਕਿਉਂਕਿ ਉੱਤੇ ਬੋਲਣ ਦੀ ਨਹੀਂ ਲੋੜ, ਉੱਥੋਂ ਸਾਨੂੰ ਕੋਈ ਲਾਭ ਪ੍ਰਾਪਤ ਨਹੀਂ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ, ਸਿਮਰਨ ਭਜਨ ਕਰਦੇ ਨੇ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ, ਪਰਪੱਕ ਹੋ ਜਾਂਦਾ ਹੈ, ਸੰਗਤ ਜੀ ਫਿਰ ਉਹ ਸੀਤਲ ਹੋ ਜਾਂਦੇ ਨੇ, ਉਹ ਠੰਡੇ ਹੋ ਜਾਂਦੇ ਨੇ। ਨਾਮ ਹੀ ਸਭ ਤੋਂ ਸੀਤਲ ਹੈ। ਤੱਤੀ ਲੋਹ ਤੇ ਬੈਠ ਕੇ ਉਬਲਦੀ ਦੇਗ ਵਿੱਚ ਉਬਾਲੇ ਖਾ ਕੇ, ਤੱਤੀ ਰੇਤ ਸੀਸ ਵਿੱਚ ਪਵਾ ਕੇ ਵੀ ਸੀਤਲ ਨੇ, ਕਿਸੇ ਨੂੰ ਦੋਸ਼ ਨਹੀਂ ਦਿੰਦੇ। ਨਾਮ ਦੇ ਨਾਲ ਜੁੜੇ ਹੋਏ ਨੇ। ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਜਪਦੇ ਨੇ ਭਾਈ ਉਹ ਸੀਤਲ ਨੇ, ਉਹ ਠੰਡੇ ਨੇ। ਪੌੜੀ ਚਰਨ ਕਮਲ ਕੀ ਓਟ। ਸੱਚੇ ਪਾਤਸ਼ਾਹ ਜੀ ਨੇ ਸਲੋਕ ਦੀ ਵਿਆਖਿਆ ਪੌੜੀ ਵਿੱਚ ਵੀ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਚਰਨ ਕਮਲ ਕੀ ਓਟ, ਵਾਹਿਗੁਰੂ ਦੇ ਪਾਵਨ ਸ਼ਬਦ ਰੂਪੀ ਚਰਨਾਂ ਕਮਲਾਂ ਦੀ ਓਟ ਜਿਨ੍ਹਾਂ ਨੇ ਪਗੜੀ, ਉਦਰੇ ਸਗਲ ਜਾਨ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸਾਰੇ ਜਨ, ਉਹ ਸਾਰੇ ਦਾਸ ਸੇਵਕ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਉਧਰ ਗਏ, ਪਾਰ ਹੋ ਗਏ। ਸੋਨ ਪ੍ਰਤਾਪ ਗੋਵਿੰਦ। ਜੋ ਵੇਦਾਂ ਕਰਕੇ ਜਾਣਨੇ ਯੋਗ ਵਾਹਿਗੁਰੂ ਪਰਮੇਸ਼ਰ ਹੈ, ਗਿਆਨ ਕਰਕੇ ਜਾਣਿਆ ਜਾਂਦਾ ਹੈ, ਉਹਦਾ ਪ੍ਰਤਾਪ ਸੁਣ ਕੇ ਨਿਰਭਉ ਭਏ ਮਾਨ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਮਾਨ ਭਉ ਤੋਂ ਰਹਿਤ ਹੋ ਗਏ ਨੇ, ਨਿਰਭਉ ਹੋ ਗਏ ਹਨ। ਟੋਟ ਨ ਆਵੈ ਮੂਲ। ਸੱਚੇ ਪਾਤਸ਼ਾਹ ਜੀ ਕਹਿੰਦੇ ਕਦਾ ਚਿੱਤ ਵੀ ਭਾਈ ਉਹਨਾਂ ਨੂੰ ਤੋੜ ਘਾਟਾ ਨਹੀਂ ਪੈਂਦਾ। ਸੰਚਿਆ ਨਾਮ ਧਨ। ਹਜੂਰ ਕਹਿੰਦੇ ਉਹਨਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ ਹੈ। ਜਿਨ੍ਹਾਂ ਕੋਲ ਨਾਮ ਰੂਪੀ ਧਨ ਹੈ ਨਾ ਜੀ, ਇਹ ਨਾ ਮੁੱਕਦਾ ਹੈ, ਨਾ ਕਿਤੇ ਜਾਂਦਾ ਹੈ। ਇਹ ਨਾਮ ਰੂਪੀ ਧਨ ਸਦੀਵ ਕਾਲ ਹੀ ਰਹਿਣ ਵਾਲਾ ਹੈ। ਜਿਵੇਂ ਅਸੀਂ ਪ੍ਰਤੱਖ ਦੁਨਿਆਵੀ ਧਨ ਮਿਹਨਤ ਕਰਕੇ ਇਕੱਠਾ ਕਰਦੇ ਹਾਂ ਨਾ, ਨਾਮ ਰੂਪੀ ਧਨ ਵੀ ਮਿਹਨਤ ਦੇ ਨਾਲ ਹੀ ਇਕੱਠਾ ਹੁੰਦਾ ਹੈ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਣੀ ਕਰਕੇ ਵਾਹਿਗੁਰੂ ਨਾਲ ਸੁਰਤ ਜੋੜ ਕੇ ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਨਾਮ ਰੂਪੀ ਧਨ ਨੂੰ ਇਕੱਠਾ ਕਰਨ ਦੀ ਯੁਕਤੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਨੂੰ ਕਦਾ ਚਿੱਤ ਵੀ ਤੋਟ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ, ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ। ਸੰਤ ਜਨਾ ਸਿਓ ਸੰਗ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਤ ਜਨਾਂ ਸਿਓ ਸੰਗ। ਸੰਤ ਜਨਾਂ ਦਾ ਸੰਗ, ਉਹਨਾਂ ਦੀ ਸੰਗਤ ਪਾਇਆ ਵੱਡਾ ਪੁੰਨ। ਵੱਡਿਆਂ ਭਾਗਾਂ ਕਰਕੇ, ਵੱਡਿਆਂ ਪੁੰਨਾਂ ਕਰਕੇ ਸੰਗਤ ਜੀ ਉਹਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਕੋਲ ਨਾਮ ਰੂਪੀ ਧਨ ਹੈ, ਜਿਨ੍ਹਾਂ ਦੇ ਕੋਲ ਨਾਮ ਕਰਕੇ ਸੀਤਲਤਾਈ ਹੈ, ਔਰ ਜਿਹੜੇ ਆਪ ਤਰੇ ਤੇ ਸ੍ਰਿਸ਼ਟੀ ਨੂੰ ਤਾਰਦੇ ਨੇ, ਉਹਨਾਂ ਦਾ ਸੰਗ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ। ਵੱਡੇ ਭਾਗ ਹਰ ਸਿਉ ਬਣਾਈ। ਉਹ ਵੱਡਿਆਂ ਭਾਗਾਂ ਵਾਲੇ ਪਰਮੇਸ਼ਰ ਦੇ ਪਿਆਰੇ ਸੰਤ ਜਿਨ੍ਹਾਂ ਦੀ ਵਾਹਿਗੁਰੂ ਨਾਲ ਪ੍ਰੀਤ ਬਣਾਈ, ਤੇ ਉਹ ਜੀਵ ਵੀ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਦੀ ਸੰਤਾਂ ਨਾਲ ਬਣਾਈ ਹੈ, ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋਈ ਹੈ। ਸੰਤ ਜਨਾਂ ਸਿਓ ਸੰਗ ਪਾਈਐ ਵੱਡੇ ਪੁੰਨ।
ਮਹਾਤਮਾ ਦੀ ਸੰਗਤ ਵੱਡਿਆ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਆਠ ਪਹਿਰ ਹਰ ਧਿਆਏ। ਬੇਨਤੀ ਕੀਤੀ ਮਹਾਰਾਜ ਜੇ ਸੰਗਤ ਪ੍ਰਾਪਤ ਹੋ ਜਾਵੇ ਫਿਰ ਕੀ ਕਰਨਾ ਚਾਹੀਦਾ ਹੈ? ਸਤਿਗੁਰੂ ਜੀ ਕਹਿੰਦੇ ਨੇ ਭਾਈ ਸੰਤਾਂ ਦੀ ਸੰਗਤ ਵਿੱਚ ਜਾ ਕੇ ਨਾ ਗੱਪਾਂ ਨਹੀਂ ਮਾਰਨੀਆਂ ਚਾਹੀਦੀਆਂ, ਉੱਥੇ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕੀ ਕਰਨਾ ਚਾਹੀਦਾ ਮਹਾਰਾਜ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਠ ਪਹਿਰ ਹਰ ਧਿਆਏ। ਸੰਤਾਂ ਦੀ ਸੰਗਤ ਵਿੱਚ ਜਾ ਕੇ ਅੱਠੇ ਪਹਿਰ ਵਾਹਿਗੁਰੂ ਨੂੰ ਧਿਆਉਣਾ ਕਰ, ਵਾਹਿਗੁਰੂ ਨੂੰ ਚੇਤੇ ਕਰ। ਹਰ ਜਸ ਨਿਤ ਸੁਨ। ਅਤੇ ਨਾਲ ਹੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਹਰੀ ਦਾ ਜਸ, ਹਰੀ ਦੀ ਸਿਫਤ ਸਲਾਹ, ਉਹਦੀ ਵਡਿਆਈ, ਉਹਦੀਆਂ ਕਥਾ ਕਹਾਣੀਆਂ ਜਿਹੜੀਆਂ ਨੇ ਨਾ ਨੇਤਾ ਪ੍ਰਤੀ ਭਾਈ ਸੰਤਾਂ ਦੀ ਸੰਗਤ ਵਿੱਚ ਜਾ ਕੇ ਸਰਵਣ ਕਰਿਆ ਕਰ। ਇੱਕ ਤਾਂ ਵਾਹਿਗੁਰੂ ਨੂੰ ਚੇਤੇ ਕਰਨਾ ਧਿਆਉਣਾ, ਦੂਜਾ ਕੰਨਾਂ ਕਰਕੇ ਵਾਹਿਗੁਰੂ ਦੀ ਸਿਫਤ ਸਲਾਹ ਸਰਵਣ ਕਰਨੀ ਹੈ। ਇਹ ਨਹੀਂ ਵੀ ਸੰਤਾਂ ਕੋਲ ਗਏ ਤੇ ਮੁੜ ਕੇ ਖਾਲੀ ਵਾਪਸ ਪਰਤ ਆਏ। ਨਹੀਂ ਭਾਈ, ਉੱਤੇ ਜਾ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਤੇ ਵਾਹਿਗੁਰੂ ਦੀ ਸਿਫਤ ਸਲਾਹ ਸੁਣਨੀ ਹੈ। ਤੇ ਅਸਲ ਦੇ ਵਿੱਚ ਸੰਤਾਂ ਦਾ ਸੰਗ ਵੀ ਉਹੀ ਹੈ। ਸੰਗਤ ਜੀ, ਜਿੱਥੇ ਵਾਹਿਗੁਰੂ ਦੀ ਸਿਫਤ ਸਲਾਹ ਹੋ ਰਹੀ ਹੋਵੇ ਤੇ ਸਰੋਤੇ ਜਨ ਜੁੜ ਕਰਕੇ ਵਾਹਿਗੁਰੂ ਦੀ ਸਿਫਤ ਸਲਾਹ ਸੁਣ ਰਹੇ ਹੋਣ, ਉਹੀ ਸੰਤ ਹੈ। ਤੇ ਜੇ ਸੰਤ ਵੀ ਆਪ ਦੁਨੀਆ ਦੀਆਂ ਗੱਪਾਂ ਮਾਰੀ ਜਾਂਦਾ ਹੈ ਤੇ ਫਿਰ ਉਹ ਚੇਲਿਆਂ ਨੂੰ ਕੀ ਪ੍ਰਾਪਤ ਹੋਵੇਗਾ? ਫਿਰ ਉਹਨਾਂ ਨੂੰ ਵੀ ਕੋਈ ਪ੍ਰਾਪਤ ਨਹੀਂ ਹੋਣਾ। ਜਿਹੜਾ ਆਪ ਜੁੜਿਆ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਜਾ ਕੇ ਅੱਟੇ ਪੈਰ ਵਾਹਿਗੁਰੂ ਨੂੰ ਧਿਆਉਣਾ ਕਰ ਤੇ ਵਾਹਿਗੁਰੂ ਦਾ ਜਸ ਸਰਵਣ ਕਰਿਆ ਕਰ। ਇਹ ਪਾਵਨ ਹੁਕਮ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਆਓ ਪਿਆਰ ਸਹਿਤ ਚੱਲ ਰਹੀ ਲੜੀਵਾਰ ਕਥਾ ਦੀ ਵਿਚਾਰ ਸਾਂਝੀ ਕਰੀਏ ਜੀ। ਰਾਗ ਗੋਂਡ ਬਾਣੀ ਕਬੀਰ ਜੀਓ ਕੀ ਘਰ ਦੂਜਾ। ਰਾਗ ਗੋਂਡ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ, ਦੂਜੇ ਘਰ ਸੁਰ ਤਾਲ ਵਿੱਚ ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ ਹੈ। 870 ਅੰਗ ਤੇ ਇਹ ਸ਼ਬਦ ਸੁਭਾਇਮਾਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਇੱਕ ਅਦਵੈਤ ਸਾਰਿਆਂ ਦਾ ਪ੍ਰਕਾਸ਼ਕ ਸਤ ਚੇਤਨ ਆਨੰਦ ਸਰੂਪ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਭੁਜਾ ਬਾਂਧ ਭਿਲਾ ਕਰ ਢਾਰਿਓ। ਇੱਕ ਵਾਰੀ ਕਾਂਚੀ ਦੇ ਵਿੱਚ ਸਿਕੰਦਰ ਬਾਦਸ਼ਾਹ ਲੋਧੀ ਕਾਂਚੀ ਵਿੱਚ ਆਇਆ। ਕਾਂਚੀ ਦੇ ਲੋਕ ਇਕੱਠੇ ਹੋਏ ਸਨ। ਉਹਨੇ ਕਾਂਚੀ ਦੇ ਲੋਕਾਂ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ? ਉਹਨਾਂ ਸਾਰਿਆਂ ਨੇ ਇੱਕ ਦੁੱਖ ਦੱਸਿਆ। ਕਹਿਣ ਲੱਗੇ ਜੀ ਆ ਭਗਤ ਕਬੀਰ ਹੈ, ਇਹ ਸਾਨੂੰ ਬੜਾ ਦੁਖੀ ਕਰਦਾ ਹੈ, ਇਹਨੂੰ ਸਜ਼ਾ ਦੇਣੀ ਚਾਹੀਦੀ ਹੈ। ਸਿਕੰਦਰ ਬਾਦਸ਼ਾਹ ਨੇ ਆਪਣੇ ਪਿਆਦੇ ਭੇਜ ਕੇ ਭਗਤ ਕਬੀਰ ਸਾਹਿਬ ਜੀ ਨੂੰ ਸੱਦਿਆ ਤੇ ਸਿਪਾਹੀਆਂ ਨੂੰ ਹੁਕਮ ਕਰ ਦਿੱਤਾ। ਕਹਿਣ ਲੱਗੇ ਇਹਨੂੰ ਬੰਨ੍ਹ ਕੇ ਨਾ ਹਾਥੀ ਦੇ ਗਾੜੀ ਸੁੱਟ ਦਿਓ। ਔਰ ਜਦੋਂ ਭਗਤ ਕਬੀਰ ਸਾਹਿਬ ਜੀ ਛੁੱਟ ਕੇ ਆਏ ਤੇ ਭਗਤ ਕਬੀਰ ਸਾਹਿਬ ਜੀ ਦੇ ਸੰਗੀ ਸਾਥੀਆਂ ਨੇ ਪੁੱਛਿਆ, ਭਗਤ ਜੀ ਫਿਰ ਤੁਹਾਡੇ ਨਾਲ ਕੀ ਬੀਤਿਆ? ਸਾਖੀ ਬੜੀ ਲੰਬੀ ਹੈ,
ਮੈਂ ਟੂਕ ਮਾਤਰ ਆਪ ਜੀ ਦੇ ਨਾਲ ਸਾਂਝੀ ਕੀਤੀ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੇ ਭਗਤ ਜੀ ਆਪਣੇ ਸੰਗੀ ਸਾਥੀਆਂ ਨੂੰ ਦਰਸਾ ਰਹੇ ਨੇ, ਭੁਜਾ ਬਾਂਧ ਭਿਲਾ ਕਰ ਡਾਰਿਓ। ਭਗਤ ਜੀ ਕਹਿੰਦੇ ਭਾਈ ਮੇਰੀਆਂ ਬਾਹਾਂ ਬੰਨ੍ਹ ਕੇ ਨਾ ਤੇ ਮੈਨੂੰ ਭਿਲਾ ਢੀਮ ਦੀ ਤਰ੍ਹਾਂ ਬਣਾ ਕੇ ਕੱਟਾ ਜਿਹਾ ਕਰਕੇ ਨਾ ਤੇ ਹਾਥੀ ਦੇ ਗਾੜੀ ਸੁੱਟ ਦਿੱਤਾ। ਹਸਤੀ ਕਰੋਪ ਮੂੰਡ ਮਹਿ ਮਾਰਿਓ। ਫਿਰ ਜਿਹੜਾ ਬਹਾਵਤ ਸੀ ਨਾ ਉਹਨੇ ਗੁੱਸੇ ਵਿੱਚ ਆ ਕੇ, ਕਰੋਪ ਨਾਮ ਗੁੱਸੇ ਦਾ ਹੈ, ਕਰੋਪ ਨਾਮ ਕੁੰਡੇ ਦਾ ਵੀ ਹੈ ਸੰਗਤ ਜੀ। ਮਹਾਵਤ ਨੇ ਗੁੱਸੇ ਵਿੱਚ ਆਣ ਕੇ ਹਾਥੀ ਦੇ ਮੂੰਡ ਸਿਰ ਵਿੱਚ ਕੁੰਡਾ ਮਾਰਿਆ। ਹਸਤ ਭਾਗ ਕੈ ਚੀਸਾ ਮਾਰਾ। ਹੁਣ ਮਹਾਵਤ ਜਿਹੜਾ ਸੀ ਨਾ ਉਹ ਹਾਥੀ ਨੂੰ ਭਗਤ ਕਬੀਰ ਸਾਹਿਬ ਜੀ ਵੱਲੇ ਤੋਰਦਾ ਹੈ ਵੀ ਤੂੰ ਕਬੀਰ ਸਾਹਿਬ ਜੀ ਵੱਲੇ ਤੁਰ ਤੇ ਇਹਨੂੰ ਆਪਣੇ ਪੈਰਾਂ ਦੇ ਥੱਲੇ ਲੈ ਕੇ ਦਰੜ ਦੇ। ਪਰ ਹੋਇਆ ਕੁਛ ਇਹਦੇ ਉਲਟ। ਜਿਹੜੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਦੀ ਰੱਖਿਆ ਉਹ ਆਪ ਕਰਦਾ ਸੰਗਤ ਜੀ। ਦੁਸ਼ਮਣ ਜਿੰਨੀਆਂ ਮਰਜ਼ੀ ਚਾਲਾਂ ਚੱਲੀ ਜਾਵੇ ਪਰ ਵਾਹਿਗੁਰੂ ਉਹਨਾਂ ਨੂੰ ਤੱਤੀ ਵਾਰ ਨਹੀਂ ਲੱਗਣ ਦਿੰਦਾ। ਹੁਣ ਭਗਤ ਕਬੀਰ ਸਾਹਿਬ ਜੀ ਦੇ ਵਿੱਚੋਂ ਨਾ ਜੀ ਹਾਥੀ ਨੂੰ ਨਰਸਿੰਘ ਦਾ ਰੂਪ ਦਿਸ ਰਿਹਾ ਸੀ। ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਉਹਨੂੰ ਸ਼ੇਰ ਦਿਸਦਾ ਸੀ ਗਾੜੀ। ਭਗਤ ਕਬੀਰ ਸਾਹਿਬ ਜੀ ਦੀ ਥਾਵੇਂ ਹਾਥੀ ਨੂੰ ਸ਼ੇਰ ਦਿਸਦਾ ਸੀ ਤੇ ਕੀ ਹੋਇਆ? ਹਸਤ ਭਾਗ ਕੈ ਚੀਸਾ ਮਾਰੇ। ਹਾਥੀ ਵੇਖ ਕੇ ਨਾ ਜੀ ਚੀਕਾ ਮਾਰਦਾ, ਪਿਛਾਂਹ ਨੂੰ ਦੌੜਦਾ ਹੈ ਤੇ ਮਹਾਵਤ ਉਹਨੂੰ ਤੋੜ ਕੇ ਭਗਤ ਕਬੀਰ ਸਾਹਿਬ ਜੀ ਵੱਲੇ ਕਰਦਾ ਹੈ। ਪਰ ਉਹ ਕਬੀਰ ਸਾਹਿਬ ਜੀ ਵੱਲੇ ਤੁਰਦਾ ਨਹੀਂ। ਕਿਉਂ? ਯਾ ਮੂਰਤ ਕਹਿ ਹਾਂ ਬਲਿਹਾਰੈ। ਹਾਥੀ ਆਪਣੀ ਬੋਲੀ ਵਿੱਚ ਕਹਿੰਦਾ ਯਾ ਮੂਰਤ ਕੇ ਆਉ ਬਲਿਹਾਰੇ। ਮੈਂ ਇਸ ਮੂਰਤ ਤੋਂ ਵਾਰ ਨੇ ਫੇਰ ਨੇ ਸਦਕੇ ਜਾਂਦਾ। ਆਹੇ ਮੇਰੇ ਠਾਕੁਰ ਤੁਮਰਾ ਜੋਰ। ਭਗਤ ਕਬੀਰ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਫਿਰ ਤੁਸੀਂ ਕੀ ਕੀਤਾ? ਜਦੋਂ ਤੁਹਾਡੀਆਂ ਬਾਹਾਂ ਬੰਨ੍ਹ ਕੇ ਤੁਹਾਡੀ ਪੋਟਲੀ ਜੀ ਬਣਾ ਕੇ ਹਾਥੀ ਗਾੜੀ ਸੁੱਟ ਦਿੱਤਾ। ਮਹਾਵਤ ਨੇ ਹਾਥੀ ਨੂੰ ਤੋੜਨ ਦਾ ਯਤਨ ਕੀਤਾ। ਭਗਤ ਜੀ ਕਹਿੰਦੇ ਅਜੋ ਤਾਂ ਭਾਈ ਇੱਕ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਆਹੇ ਮੇਰੇ ਠਾਕੁਰ ਤੁਮਰਾ ਜੋਰ। ਆਹੇ ਦਾ ਅਰਥ ਹੈ ਐ ਮੇਰੇ ਠਾਕੁਰ, ਮੇਰੇ ਮਾਲਕ, ਮੈਨੂੰ ਤਾਂ ਤੁਹਾਡਾ ਜੋਰ, ਤੁਹਾਡਾ ਆਸਰਾ ਹੈ। ਕਾਜੀ ਬਕਬੋ ਹਸਤੀ ਤੋਰ। ਭਗਤ ਜੀ ਕਹਿੰਦੇ ਮੈਂ ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਸਾਂ ਤੇ ਜਿਹੜਾ ਕਾਜੀ ਸੀ ਉਹ ਬਕਵਾਸ ਕਰੀ ਜਾਂਦਾ ਸੀ। ਬਕਬੋ ਨਾਮ ਬਕਵਾਸ ਦਾ ਵੀ ਹੈ, ਬਕਬੋ ਨਾਮ ਬੋਲਣ ਦਾ ਵੀ ਹੈ। ਉਹ ਬੋਲ ਰਿਹਾ ਸੀ, ਕੀ ਕਹਿ ਰਿਹਾ ਸੀ? ਕਾਜੀ ਬਕਬੋ ਹਸਤੀ ਤੋਰ। ਕਾਜੀ ਬਕਵਾਸ ਕਰਦਾ, ਗੁੱਸੇ ਨਾਲ ਕਹਿੰਦਾ ਅਰੇ ਮਹਾਵਤ ਤੂੰ ਹਾਥੀ ਨੂੰ ਤੋੜ ਨਾ ਕਰ। ਭਗਤ ਕਬੀਰ ਸਾਹਿਬ ਜੀ ਤੇ ਹਾਥੀ ਚਾੜ ਕੇ ਤੇ ਇਹਨੂੰ ਤੋੜ ਦੇ, ਭਾਵ ਇਹਦੇ ਟੁਕੜੇ ਕਰ ਦੇ। ਰਹਾਓ ਵਿਸਰਾਮ ਦੇ ਕੇ ਫਰਮਾਉਂਦੇ ਨੇ, ਰੇ ਮਹਾਵਤ ਤੁਝ ਡਾਰੋ ਕਾਟ। ਜਦੋਂ ਹਾਥੀ ਭਗਤ ਕਬੀਰ ਸਾਹਿਬ ਜੀ ਵੱਲੇ ਨਹੀਂ ਨਾ ਤੁਰਦਾ ਤੇ ਕਾਜੀ ਜਿਹੜਾ ਸੀ ਨਾ, ਕਈ ਵਾਰ ਜਿਹੜੇ ਚਮਚਾਗਰੀ ਕਰਨ ਵਾਲੇ ਹੁੰਦੇ ਨੇ ਨਾ ਜੀ, ਉਹ ਲੋਕਾਂ ਨੂੰ ਵਿਕਾਉਣ ਵਾਸਤੇ ਕਿ ਮੈਂ ਬਾਦਸ਼ਾਹ ਦਾ ਬੜਾ ਨਿਕਟ ਵਰਤੀ ਹਾਂ, ਬਾਦਸ਼ਾਹ ਮੈਨੂੰ ਹੋਰ ਵੀ ਪਿਆਰ ਕਰੇ, ਉਹ ਫਿਰ ਚਮਚਾਗਰੀ ਬੜੀ ਭਰ ਕੇ ਕਰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜਿਹੜਾ ਕਾਜੀ ਸੀ ਨਾ ਜੀ, ਇਹ ਹੋਰ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਰੇ ਮਹਾਵਤ ਤੁਝ ਡਾਰੋਂ ਕਾਟ। ਤੂੰ ਹਾਥੀ ਨੂੰ ਨਹੀਂ ਤੋੜਦਾ, ਮੈਨੂੰ ਇਹ ਪ੍ਰਤੀਤ ਹੁੰਦਾ ਵੀ ਤੂੰ ਕਬੀਰ ਸਾਹਿਬ ਜੀ ਤੋਂ ਵੱਡੀ ਲੈ ਲਈ ਹੈ। ਤੂੰ ਕਬੀਰ ਸਾਹਿਬ ਜੀ ਦੀ ਮਦਦ ਕਰ ਰਿਹਾ ਹੈ,
ਇਸ ਕਰਕੇ ਤੂੰ ਹਾਥੀ ਕਬੀਰ ਵੱਲੇ ਨਹੀਂ ਤੋਰਦਾ, ਤੂੰ ਇਹਦੇ ਦੋ ਟੁਕੜੇ ਨਹੀਂ ਕਰ ਰਿਹਾ। ਯਾਦ ਰੱਖ, ਰੇ ਮਹਾਵਤ, ਹੇ ਮਹਾਵਤ, ਇਹ ਹਾਥੀ ਨੂੰ ਤੋਰਨ ਵਾਲੇ, ਤੁਝ ਡਾਰੋਂ ਕਾਟ, ਤੇਰਾ ਸਿਰ ਕੱਟ ਕੇ ਸੁੱਟ ਦਿਆਂਗਾ। ਇਸ ਹੈ ਤੁਰਾਵੋ ਘਾਲੋ ਸਾਟ। ਤੇ ਜੇ ਤੂੰ ਬਚਣਾ ਤੇ ਫਿਰ ਇਸ ਹਾਥੀ ਨੂੰ ਤੋਰ ਨਾ ਕਰ। ਇਸ ਹਾਥੀ ਦੀਆਂ ਸੁਣ ਦੀਆਂ ਜਿਹੜੀਆਂ ਸੱਟਾਂ ਨੇ ਨਾ, ਉਹ ਭਗਤ ਕਬੀਰ ਸਾਹਿਬ ਜੀ ਦੇ ਉੱਤੇ ਘਾਲੋ ਮਾਰਨੀਆਂ ਕਰ, ਔਰ ਭਗਤ ਕਬੀਰ ਸਾਹਿਬ ਜੀ ਦੇ ਤਰਾਵੋ ਟੁਕੜੇ ਕਰ। ਤੇ ਜੇ ਤੂੰ ਇਹਨੂੰ ਟੁਕੜੇ ਨਾ ਕੀਤਾ ਤੇ ਫਿਰ ਮੈਂ ਤੇਰਾ ਸਿਰ ਕੱਟ ਕੇ ਸੁੱਟ ਦਿਆਂਗਾ। ਹਸਤ ਨਾ ਤੋਰ ਧਰੈ ਧਿਆਨ। ਪਰ ਕਹਿੰਦੇ ਹਾਥੀ ਸੰਗਤ ਜੀ ਤੁਰਦਾ ਨਹੀਂ, ਹਾਥੀ ਭਗਤ ਕਬੀਰ ਸਾਹਿਬ ਜੀ ਦੇ ਟੁਕੜੇ ਨਹੀਂ ਕਰਦਾ। ਕਿਉਂ? ਹਾਥੀ ਇਉਂ ਮਸਤ ਖਲੋਤਾ ਹੈ ਜਿਵੇਂ ਕੋਈ ਧਿਆਨ ਧਾਰੀ ਧਿਆਨ ਦੇ ਵਿੱਚ ਜੁੜਿਆ ਹੁੰਦਾ ਹੈ। ਜਿਵੇਂ ਕੋਈ ਬੰਦਾ ਧਿਆਨ ਲਾ ਕੇ ਜੁੜ ਜਾਂਦਾ ਨਾ, ਹਸਤ ਨਾ ਤੋਰੈ ਧਰੈ ਧਿਆਨ। ਉਹ ਭਗਵਾਨ ਦਾ ਧਿਆਨ ਧਾਰੀ ਖਲੋਤਾ ਹੈ। ਉਹਨੂੰ ਭਗਤ ਕਬੀਰ ਸਾਹਿਬ ਜੀ ਦੇ ਵਿੱਚੋਂ ਪ੍ਰਭੂ ਦੇ ਦਰਸ਼ਨ ਹੋ ਰਹੇ। ਜਿਸ ਪ੍ਰਭੂ ਨੇ ਹਾਥੀ ਦੀ ਜਾਨ ਬਚਾਈ ਸੀ, ਉਹਦੇ ਦਰਸ਼ਨ ਹੁੰਦੇ ਨੇ। ਇਸ ਕਰਕੇ ਹਾਥੀ ਤੁਰਦਾ ਨਹੀਂ। ਵਾਕ ਹਿਰਦੈ ਬਸੈ ਭਗਵਾਨ। ਤੇ ਹਾਥੀ ਆਪਣੀ ਬੋਲੀ ਵਿੱਚ ਕਹਿੰਦਾ ਵਾਕ ਹਿਰਦੈ ਬਸੈ ਭਗਵਾਨ। ਇਹਦੇ ਹਿਰਦੇ ਵਿੱਚ ਤਾਂ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਮੈਂ ਇਹਦੇ ਤੇ ਵਾਰ ਕਿਵੇਂ ਕਰਾਂ? ਕਿਆ ਅਪਰਾਧ ਸੰਤ ਹੈ ਕੀਨਾ। ਕੁਝ ਕਾਸ਼ੀ ਦੇ ਲੋਕ ਜਿਹੜੇ ਭਗਤ ਕਬੀਰ ਸਾਹਿਬ ਜੀ ਦੇ ਮਦਦਗਾਰ ਸਨ, ਉਹ ਵੀ ਪਹੁੰਚ ਗਏ ਤੇ ਉਹਨਾਂ ਨੇ ਬਾਦਸ਼ਾਹ ਨੂੰ ਕਿਹਾ, ਬਾਦਸ਼ਾਹ ਸਲਾਮਤ, ਕਿਆ ਅਪਰਾਧ ਸੰਤ ਹੈ ਕੀਨਾ। ਇਹ ਸੰਤ ਭਗਤ ਕਬੀਰ ਸਾਹਿਬ ਜੀ ਨੇ ਦੱਸ ਕੀ ਅਪਰਾਧ ਕੀਤਾ, ਕਿਹੜੇ ਅਪਰਾਧ ਬਦਲੇ ਇਹਨੂੰ ਤੂੰ ਬੰਨ ਕੇ ਤੇ ਹਾਥੀ ਗਾੜੀ ਸੁੱਟਿਆ? ਬਾਂਧ ਪੋਟ ਕੁੰਚਰ ਕਉ ਦੀਨਾ। ਭਗਤ ਕਬੀਰ ਸਾਹਿਬ ਜੀ ਦੀ ਪੋਟ ਪੰਡ ਬੰਨ ਕੇ ਤੇ ਕੁੰਚਰ ਹਾਥੀ ਦੇ ਅੱਗੇ ਤੂੰ ਸੁੱਟਣਾ ਕੀਤਾ ਹੈ। ਦੱਸ ਇਹਨੇ ਕੀ ਅਪਰਾਧ ਕੀਤਾ, ਕੀ ਮਾੜਾ ਕੀਤਾ ਤੇਰਾ? ਕੁੰਚਰ ਪੋਟ ਲੈ ਲੈ ਨਮਸਕਾਰ। ਐ ਬਾਦਸ਼ਾਹ ਵੇਖ, ਤੱਕ ਧਿਆਨ ਦੇ ਨਾਲ, ਜਿਹੜਾ ਕੁੰਚਰ ਹਾਥੀ ਹੈ ਨਾ, ਉਹ ਤਾਂ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਨੂੰ ਤੂੰ ਪੰਡ ਪੋਟਲੀ ਦੀ ਤਰ੍ਹਾਂ ਬੰਨ ਕੇ ਸੁੱਟਿਆ ਹੋਇਆ ਨਾ, ਉਹ ਤਾਂ ਪੋਟਲੀ ਦੀਆਂ ਪਰਿਕਰਮਾ ਲੈ ਲੈ ਕੇ ਤੇ ਨਮਸਕਾਰ ਕਰਦਾ ਹੈ, ਸਿਜਦਾ ਕਰਦਾ ਹੈ, ਮੱਥਾ ਟੇਕਦਾ ਹੈ। ਬੂਝੀ ਨਹੀਂ ਕਾਜੀ ਅੰਧਿਆਰੈ। ਉਹ ਲੋਕ ਗੁੱਸੇ ਵਿੱਚ ਕਹਿਣ ਲੱਗੇ, ਵੇਖੋ ਬਾਦਸ਼ਾਹ, ਤੁਹਾਡਾ ਜਿਹੜਾ ਕਾਜੀ ਹੈ ਨਾ, ਫਤਵਾ ਦੇਣ ਵਾਲਾ, ਜਿਹੜਾ ਸਜ਼ਾ ਦੇ ਰਿਹਾ ਹੈ, ਇਹ ਹੈਗਾ ਅੰਨਾ। ਇਹ ਅਗਿਆਨਤਾ ਦੇ ਵਾਸਤੇ ਵੇਂਦਾ ਨਹੀਂ, ਇਹਨੂੰ ਸਮਝ ਨਹੀਂ ਪਈ। ਹਾਥੀ ਵਾਰ-ਵਾਰ ਭਗਤ ਜੀ ਨੂੰ ਮੱਥਾ ਟੇਕਦਾ ਹੈ, ਭਗਤ ਜੀ ਦੇ ਉੱਤੇ ਵਾਰ ਨਹੀਂ ਕਰ ਰਿਹਾ, ਪਰ ਇਹ ਪਾਸੇ ਖਲੋਤਾ ਹੀ ਅੱਗ ਬਬੋਲਾ ਹੋਈ ਜਾ ਰਿਹਾ ਹੈ। ਇਹ ਮਹਾਵਤ ਨੂੰ ਹੀ ਡਾਟੀ ਜਾਂਦਾ ਹੈ ਵੀ ਤੂੰ ਇਹਨੂੰ ਤੋੜ, ਨਹੀਂ ਤੇ ਤੇਰਾ ਸਿਰ ਵੱਢ ਦਿਆਂਗਾ। ਬੂਝੀ ਨਹੀਂ ਕਾਜੀ ਅੰਧਿਆਰੇ। ਅੰਨੇ ਕਾਜੀ ਨੇ ਇਸ ਗੱਲ ਨੂੰ ਸਮਝਿਆ ਨਹੀਂ। ਸੰਗਤ ਜੀ, ਜਦੋਂ ਕੋਈ ਰਾਜ ਦੇ ਨਸ਼ੇ ਵਿੱਚ ਅੰਨਾ ਹੁੰਦਾ ਹੈ ਨਾ, ਫਿਰ ਉੱਥੇ ਭਾਵੇਂ ਕਰਾਮਾਤਾਂ ਵੀ ਵਰਤਦੀਆਂ ਹੋਣ, ਪਰ ਉਹ ਸਮਝਦਾ ਨਹੀਂ, ਉਹਨੂੰ ਦਿਸਦਾ ਨਹੀਂ। ਇਸੇ ਤਰ੍ਹਾਂ ਹੁਣ ਵੇਖੋ, ਇਹ ਕਰਾਮਾਤ ਹੈ, ਭਗਤ ਕਬੀਰ ਸਾਹਿਬ ਜੀ ਨੂੰ ਹਾਥੀ ਮੱਥਾ ਟੇਕਦਾ ਹੈ। ਜੇ ਮਹਾਵਤ ਉਹਦੇ ਸਿਰ ਵਿੱਚ ਕੁੰਡਾ ਮਾਰਦਾ ਵੀ ਅੱਗੇ ਤੁਰ ਭਗਤ ਕਬੀਰ ਸਾਹਿਬ ਜੀ ਵੱਲੇ, ਤੇ ਉਹ ਚੀਕਾਂ ਮਾਰ ਕੇ ਪਿਛਾਂਹ ਨੂੰ ਭੱਜਦਾ ਹੈ। ਪਰ ਜਿਹੜਾ ਕਾਜੀ ਹੈ ਨਾ, ਉਹ ਅਗਿਆਨਤਾ ਕਰਕੇ ਅੰਨਾ ਹੈ ਤੇ ਉਹਨੂੰ
ਦਿਸਦਾ ਹੀ ਕੁਝ ਨਹੀਂ, ਸਮਝਦਾ ਹੀ ਕੁਝ ਨਹੀਂ। ਬਸ ਉਹਨੇ ਇੱਕੋ ਹੀ ਚੀਜ਼ ਰੱਖੀ ਵੀ ਭਗਤ ਕਬੀਰ ਸਾਹਿਬ ਜੀ ਨੂੰ ਮਾਰਨਾ ਹੀ ਮਾਰਨਾ ਹੈ, ਇਹਨੂੰ ਮੁਕਾਉਣਾ ਹੈ, ਇਹਨੂੰ ਨਹੀਂ ਰਹਿਣ ਦੇਣਾ। ਉਹਦੇ ਮਨ ਵਿੱਚ ਕੇਵਲ ਇਹੀ ਹੈ, ਇਸ ਕਰਕੇ ਉਹ ਸਮਝਦਾ ਨਹੀਂ। 3 ਬਾਰ ਪਤੀਆ ਭਰ ਲੀਨਾ। ਭਗਤ ਜੀ ਕਹਿੰਦੇ ਨੇ 3 ਵਾਰ ਮੈਨੂੰ ਹਾਥੀ ਦੇ ਗਾੜੀ ਸੁੱਟ ਕਰਕੇ ਪਤੀਆਵਾ ਲੈਣਾ ਕੀਤਾ, ਅਥਵਾ 3 ਵਾਰ, ਇੱਕ ਵਾਰੀ ਹਾਥੀ ਗਾੜੀ, ਇੱਕ ਵਾਰੀ ਅੱਗ ਵਿੱਚ ਤੇ ਇੱਕ ਵਾਰੀ ਪਾਣੀ ਤੇ। ਇਹ 3 ਵਾਰ ਮੈਨੂੰ ਸਜ਼ਾ ਦੇ ਕੇ ਇਹਨਾਂ ਨੇ ਮੇਰਾ ਪਤੀਆਵਾ ਲੈਣਾ ਕੀਤਾ। ਮਨ ਕਠੋਰ ਅਜਹੂ ਨਾ ਪਤੀਨਾ। ਪਰ ਇਹ ਕਠੋਰ ਮਨ ਵਾਲੇ ਅਜੇ ਵੀ ਭਤੀਜੇ ਨਹੀਂ, ਪ੍ਰਸੰਨ ਨਹੀਂ ਹੋਏ। ਕਹ ਕਬੀਰ ਹਮਰਾ ਗੋਬਿੰਦ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਭਾਈ ਸਾਡਾ ਤੇ ਉਹ ਵਾਹਿਗੁਰੂ ਰੱਖਿਆ ਹੈ, ਸਾਡੀ ਰੱਖਿਆ ਕਰਨ ਵਾਲਾ ਤੇ ਉਹ ਮਾਲਕ ਹੈ ਪਰਮੇਸ਼ਰ ਆਪ। ਅਸੀਂ ਉਹਦਾ ਓਟ ਆਸਰਾ ਲਿਆ ਸੀ ਵੀ ਮਾਲਕ ਤੇਰੇ ਤੋਂ ਬਗੈਰ ਹੋਰ ਕਿਸੇ ਦਾ ਆਸਰਾ ਨਹੀਂ, ਤੂੰ ਹੀ ਕਿਰਪਾ ਕਰਨੀ ਹੈ। ਤੇ ਉਹ ਹੀ ਸਾਡਾ ਰੱਖਿਆ ਹੈ, ਉਹਨੇ ਆਪ ਹੀ ਸਾਡੀ ਰੱਖਿਆ ਕੀਤੀ। ਚੌਥੇ ਪਦ ਮੈਂ ਜਨ ਕੀ ਜਿੰਦ। ਭਗਤ ਜੀ ਕਹਿੰਦੇ ਨੇ ਚੌਥੇ ਪਦ ਮੈਂ ਜਨ ਕੀ ਜਿੰਦ। ਜਨ ਦਾਸ ਕਬੀਰ ਦੀ ਜਿਹੜੀ ਜਿੰਦ ਬੁੱਧੀ ਹੈ ਨਾ, ਜਿਹੜੀ ਸੁਰਤੀ ਹੈ, ਇਹ ਚੌਥੇ ਪਦ ਵਿੱਚ ਟਿਕੀ ਹੋਈ ਸੀ। ਦੇ ਅਧਿਆਸ ਤੋਂ ਉੱਪਰ ਸਾਂ। ਜੋ ਕੁਝ ਉਹਨਾਂ ਨੇ ਕੀਤਾ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਾ, ਪਰ ਉਹਨਾਂ ਨੇ ਜੋ ਵੀ ਕੀਤਾ ਉਹ ਮੈਨੂੰ ਮਾਰਨ ਵਾਸਤੇ ਕੀਤਾ, ਪਰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਮੇਰੀ ਰੱਖਿਆ ਕੀਤੀ ਹੈ। ਸੰਗਤ ਜੀ, ਜਿਹੜੇ ਉਹਦੇ ਨਾਲ ਜੁੜੇ ਰਹਿੰਦੇ ਨੇ ਨਾ, ਫਿਰ ਉਹਨਾਂ ਦੀ ਰਾਖੀ ਉਹ ਪਰਮੇਸ਼ਰ ਆਪ ਕਰਦਾ ਹੈ। ਇਹ ਭਗਤ ਕਬੀਰ ਸਾਹਿਬ ਜੀ ਨੇ ਚੱਲ ਰਹੀ ਰਾਗ ਗੋਣ ਵਿੱਚ, ਭਗਤ ਬਾਣੀ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਰੇ ਆਸਰੇ ਛੱਡ ਕੇ ਇੱਕ ਵਾਹਿਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ। ਸਤਿਗੁਰਾਂ ਦਾ ਕੁਟਾਣ ਕੋਟ ਸ਼ੁਕਰ, ਆਪ ਆਈਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਕਹ ਕਬੀਰ ਹਮਰਾ ਗੋਬਿੰਦ। ਚੌਥੇ ਪਦ ਮੈਂ ਜਨ ਕੀ ਜਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।